हाँ जी, ਧੰਨਵਾਦ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਸਭ ਤੋਂ ਪਹਿਲਾਂ ਧੰਨਵਾਦ ਤੁਹਾਡਾ ਵੀ ਸਾਡੇ ਸੱਦੇ 'ਤੇ ਤੁਸੀਂ ਸਾਰੇ ਇੱਥੇ ਹਾਜ਼ਰ ਹੋਏ ਹੋ। ਅਤੇ ਕੱਲ੍ਹ ਮੈਂ ਸ਼ਾਮ ਨੂੰ ਇੱਥੇ ਅੰਮ੍ਰਿਤਸਰ ਪਹੁੰਚ ਗਿਆ ਸੀਗਾ, ਬਟ ਕੁਛ ਉੱਥੇ ਚੰਡੀਗੜ੍ਹ ਵੀ ਮੀਂਹ ਪੈ ਗਿਆ ਥੋੜ੍ਹਾ। ਮੈਂ ਚੀਫ ਸੈਕਟਰੀ ਸਾਹਿਬ ਨੂੰ ਵੀ ਮਿਲਣਾ ਸੀਗਾ, ਕੁਛ ਮੀਟਿੰਗਸ ਡਿਲੇ ਹੋਣ ਕਰਕੇ ਸਾਡਾ ਥੋੜ੍ਹਾ ਸ਼ੈਡਿਊਲ ਮੈਂ ਫਿਰ ਅੱਜ ਹੀ ਫਾਰਮਲੀ ਜੁਆਇਨ ਕਰ ਪਾਇਆ। ਸੋ ਕੱਲ੍ਹ ਜੁਆਇਨ ਕਰਨ ਤੋਂ ਪਹਿਲਾਂ ਮੈਂ ਦਰਬਾਰ ਸਾਹਿਬ ਮੱਥਾ ਟੇਕਿਆ, ਬਲੈਸਿੰਗਸ ਲਿੱਤੀ। ਦੁਰਗਿਆਨਾ ਮੰਦਿਰ ਵੀ ਮੈਂ ਗਿਆ, ਉੱਥੋਂ ਤੋਂ ਵੀ ਬਲੈਸਿੰਗਸ ਲਿੱਤੀਆਂ ਨੇ, ਕਿਉਂਕਿ ਇਹ ਹੋਲੀ ਸਿਟੀ ਦੇ ਵਿੱਚ ਜਿਹੜਾ ਹੈਗਾ ਕੰਮ ਨੂੰ ਮੈਨੂੰ ਲੱਗਦਾ ਵਰਸ਼ਿਪ ਦੀ ਤਰ੍ਹਾਂ ਦੇਖਿਆ ਜਾਂਦਾ। ਸੋ ਮੈਂ ਬੜਾ ਹੀ ਆਪਣੇ ਆਪ ਨੂੰ ਭਾਗਿਆਸ਼ਾਲੀ ਸੁਭਾਗਿਆਵਾਨ ਸਮਝਦਾ ਵੀ ਗੁਰੂ ਦੀ ਨਗਰੀ ਨੂੰ ਦੀ ਸੇਵਾ ਕਰਨ ਲਈ ਮੈਨੂੰ ਮੌਕਾ ਮਿਲਿਆ। ਸੋ ਬਰੀਫਲੀ ਮੈਂ ਆਪਣਾ ਥੋੜ੍ਹਾ ਜਿਹਾ ਬੈਕਗਰਾਊਂਡ ਤੁਹਾਨੂੰ ਦੱਸਣਾ ਚਾਹਾਂਗਾ। ਮੈਂ ਬਿਲੋਂਗ ਕਰਦਾ ਗੰਗਾਨਗਰ ਡਿਸਟ੍ਰਿਕਟ ਰਾਜਸਥਾਨ ਨੂੰ, ਐਂਡ ਆਈ ਐਮ ਮੈਰਿਡ ਇਨ ਪੰਜਾਬ। ਮਾਈ ਵਾਈਫ ਸ਼ੀ ਇਜ਼ ਜੁਆਇੰਟ ਕਮਿਸ਼ਨਰ ਇਨਕਮ ਟੈਕਸ, ਸ਼ੀ ਇਜ਼ ਆਫ 2011 ਬੈਚ ਅਤੇ ਹੁਸ਼ਿਆਰਪੁਰ ਨੂੰ ਬਿਲੋਂਗ ਕਰਦਾ ਨੇ, ਤਾਂ ਮੇਰੇ ਸਹੁਰੇ ਹੁਸ਼ਿਆਰਪੁਰ ਨੇ। ਸੋ ਪੰਜਾਬ ਇਜ਼ ਕਾਈਂਡ ਆਫ ਅ ਹੋਮ ਕਾਰਡਰ ਫॉर ਮੀ। ਸਕੂਲਿੰਗ ਮੇਰੀ ਸਾਰੀ ਗੰਗਾਨਗਰ ਤੋਂ ਹੀ ਹੋਈ ਹੈ। ਉਸ ਤੋਂ ਬਾਅਦ ਮੇਰੀ ਗ੍ਰੈਜੂਏਸ਼ਨ ਕਿਰੋੜੀਮਲ ਕਾਲਜ ਦਿੱਲੀ ਤੋਂ ਮੈਂ ਜੋਗ੍ਰਾਫੀ ਆਨਰਸ 'ਚੋਂ ਮੈਂ ਆਪਣੀ ਗ੍ਰੈਜੂਏਸ਼ਨ ਕੀਤੀ ਹੈ। ਉਸ ਤੋਂ ਬਾਅਦ ਮੈਂ MBA ਕੀਤੀ ਆਪਣੀ ਨਾਰਸੀ ਮੋਂਜੀ ਇੰਸਟੀਟਿਊਟ ਆਫ ਮੈਨੇਜਮੈਂਟ ਸਟੱਡੀਜ਼ ਮੁੰਬਈ ਤੋਂ। ਫਿਰ ਮੈਂ ਪ੍ਰਾਈਵੇਟ ਸੈਕਟਰ ਨਾਲ ਕੰਮ ਕੀਤਾ। 3 ਸਾਲ ਮੈਂ ਜੌਬ ਕਰ ਰਿਹਾ ਸੀਗਾ ਕੋਟਕ ਮਹਿੰਦਰਾ ਗਰੁੱਪ ਦੇ ਨਾਲ ਐਟ ਦੇਅਰ ਕਾਰਪੋਰੇਟ ਹੈੱਡਕੁਆਟਰ ਇਨ ਮੁੰਬਈ, ਐਂਡ 2 ਸਾਲ ਮੈਂ ਦਿੱਲੀ ਦੇ ਵਿੱਚ ਕੋਟਕ ਮਹਿੰਦਰਾ ਗਰੁੱਪ ਨਾਲ ਹੀ ਜੌਬ ਕੀਤੀ। ਫਿਰ ਦੈਨ ਇਨ 2009 ਆਈ ਜੁਆਇੰਡ ਇਨ ਦੀ ਇੰਡੀਅਨ ਰੈਵਨਿਊ ਸਰਵਿਸ। ਪਹਿਲਾਂ ਮੇਰਾ ਸਿਲੈਕਸ਼ਨ IRS 'ਚ ਹੋਇਆ, ਐਂਡ ਸਬਸੀਕੁਐਂਟਲੀ ਇਨ 2010 ਬੈਚ ਮੈਨੂੰ IAS ਦੇ ਵਿੱਚ ਮੇਰਾ ਸਿਲੈਕਸ਼ਨ ਹੋ ਗਿਆ, ਐਂਡ ਆਈ ਗੋਟ ਐਲੋਕੇਟਡ ਟੂ ਪੰਜਾਬ ਕਾਡਰ। ਸਟਾਰਟਿੰਗ ਮੇਰੀ SDM ਤੋਂ ਲੈ ਕੇ ਮਿਊਨਿਸਪਲ ਕਮਿਸ਼ਨਰ ਲੁਧਿਆਣਾ ਤੱਕ ਮੈਂ ਲੁਧਿਆਣਾ ਡਿਸਟ੍ਰਿਕਟ 'ਚ ਹੀ ਪੋਸਟਡ ਰਿਹਾ। ਉੱਥੇ ਹੀ SDM ਸਮਰਾਲਾ, SDM ਪਾਇਲ, ਦੈਨ ਐਡੀਸ਼ਨਲ ਕਮਿਸ਼ਨਰ ਨਗਰ ਨਿਗਮ ਲੁਧਿਆਣਾ, ਫਿਰ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਮੈਂ ਉੱਥੇ ਸਰਵ ਕੀਤਾ। ਉਸ ਤੋਂ ਬਾਅਦ ਐਜ਼ ਫਸਟ ਡਿਸਟ੍ਰਿਕਟ ਮੈਂ DC ਬਠਿੰਡਾ ਪੋਸਟਡ ਰਿਹਾ। ਬਠਿੰਡੇ ਤੋਂ ਬਾਅਦ ਆਈ ਬਿਕੇਮ DC ਐਟ ਬਰਨਾਲਾ, ਦੈਨ ਆਈ ਬਿਕੇਮ DC ਐਟ ਸੰਗਰੂਰ, ਦੈਨ DC ਐਟ ਜਲੰਧਰ। ਸੋ ਇਹ 4 ਡਿਸਟ੍ਰਿਕਟ 'ਚ ਮੈਨੂੰ ਬਤੌਰ DC ਸੇਵਾ ਕਰਨ ਦਾ ਮੌਕਾ ਮਿਲਿਆ। ਉਸ ਤੋਂ ਬਾਅਦ ਲਾਸਟ ਈਅਰ ਮੇਰੀ ਜੁਲਾਈ ਦੇ ਵਿੱਚ ਪੋਸਟਿੰਗ ਹੋ ਗਈ ਬਤੌਰ ਡਾਇਰੈਕਟਰ ਫੂਡ ਐਂਡ ਸਿਵਲ ਸਪਲਾਈਜ਼। ਮੇਰੀ ਚੰਡੀਗੜ੍ਹ ਪੋਸਟਿੰਗ ਹੋ ਗਈ। ਸੋ ਵੀ ਆਰ ਆਲ ਸੈਟਲਡ ਦੇਅਰ, ਐਂਡ ਹੁਣ ਜਿਹੜਾ ਹੈਗਾ ਮੈਨੂੰ ਗੁਰੂ ਦੀ ਨਗਰੀ ਦਾ ਸੇਵਾ ਕਰਨ ਦਾ ਮੌਕਾ ਮਿਲਾ। ਆਈ ਐਮ ਬੈਕ ਇਨ ਦੀ ਫੀਲਡ। ਸੋ ਬੀਇੰਗ ਐਂਡ ਮੈਨੂੰ ਜਿਹੜਾ ਇਹ ਤਜਰਬੇ ਦਾ ਮੌਕਾ ਮਿਲਿਆ, ਇਸ ਕਰਕੇ ਕਾਫੀ ਸਾਰੇ ਆਫਿਸਰਸ ਮੇਰੇ ਨਾਲ ਆਲਰੇਡੀ ਜੌਬ ਕਰ ਚੁੱਕੇ ਨੇ। ਹਰਪ੍ਰੀਤ ਜਿਹੜੇ ADC ਜਨਰਲ ਸੀਗੇ, ਇਹ ਮੇਰਾ ਅੰਡਰ ਟ੍ਰੇਨੀ IAS ਆਫਿਸਰ ਸੀਗਾ ਜਦੋਂ ਮੈਂ DC ਜਲੰਧਰ ਸੀਗਾ। ਸੋ ਹੀ ਵਾਜ਼ ਮਾਈ ਅੰਡਰ ਟ੍ਰੇਨੀ। ਮਨਕਮਲ ਵੀ ਮੇਰਾ ਬਤੌਰ SDM ਸਰਵ ਕਰ ਚੁੱਕਿਆ ਹੈ ਮੇਰੇ ਨਾਲ। ਇਹ ਬਰਨਾਲੇ ਅਸੀਂ 2 ਜ਼ਿਲ੍ਹਿਆਂ 'ਚ ਵੀ ਹੈਵ ਸਰਵ ਟੂਗੇਦਰ, ਬਠਿੰਡਾ ਐਂਡ ਬਰਨਾਲਾ। ਸੋ ਵੀ ਹੈਵ ਸਰਵ ਟੂਗੇਦਰ। ਸੋ ਅ ਲੋਟ ਆਫ ਦੀ ਆਫਿਸਰਸ ਜਿਹੜੇ ਹੁਣ ਇੱਥੇ ਅੰਮ੍ਰਿਤਸਰ ਦੇ ਵਿੱਚ ਪੋਸਟਡ ਨੇ, ਦੇ ਹੈਵ ਵਰਕਡ ਵਿਦ ਮੀ। ਸੋ ਮੈਨੂੰ ਲੱਗਦਾ ਹੈ ਇਹਨਾਂ ਦੇ ਸਾਰਿਆਂ ਦੀ ਸਪੋਰਟ ਸਦਕਾ ਐਂਡ ਮੀਡੀਆ ਦੇ ਸਹਿਯੋਗ ਸਦਕਾ ਅਸੀਂ ਹੋਰ ਬਿਹਤਰ ਕਰਨ ਦੀ ਕੋਸ਼ਿਸ਼ ਕਰਾਂਗੇ। ਅਤੇ ਬਾਕੀ ਜਿੱਦਾਂ ਗੌਰਮੈਂਟ ਦੇ ਫਲੈਗਸ਼ਿਪ ਪ੍ਰੋਗਰਾਮ ਰਹਿੰਦੇ ਨੇ, ਸੋ ਇੱਕ ਤਾਂ ਮੈਂ ਸੇਵਾ ਕੇਂਦਰਾਂ ਦੀ ਪੈਂਡੈਂਸੀ ਨੂੰ ਲੈ ਕੇ ਜਿਸ ਡਿਸਟ੍ਰਿਕਟ 'ਚ ਵੀ ਪੋਸਟਡ ਰਿਹਾ, ਮੈਂ ਬੜਾ ਪਰਸਨਲੀ ਫੋਲੋ ਅਪ ਲਿੱਤਾ, ਕਿਉਂਕਿ ਮੈਂ ਸਮਝਦਾ ਕਿ ਦੇਖੋ ਜੀ DC ਜਾਂ ਕਿਸੇ ਹੋਰ ਇੰਸਟੀਟਿਊਸ਼ਨ ਦੇ ਵਿੱਚ ਜਿਹੜਾ ਫੁੱਟਫਾਲ ਰਹਿੰਦਾ ਹੈ ਉਹ 10% ਬੰਦੇ ਤੁਹਾਨੂੰ ਪਰਸਨਲੀ ਮਿਲ ਪਾਉਂਦੇ ਨੇ। 90% ਕੋਈ ਵੀ ਸ਼ਹਿਰ ਦੇ ਵਿੱਚ ਜਿਸ ਨੂੰ ਵੀ ਨੋਰਮਲ ਗੌਰਮੈਂਟ ਦੇ ਨਾਲ ਇੰਟਰੈਕਸ਼ਨ ਹੈ ਉਹ ਸੇਵਾ ਕੇਂਦਰ ਅਤੇ ਫਰਦ ਕੇਂਦਰ ਦੇ ਵਿੱਚ ਹੁੰਦਾ। ਜੇਕਰ 100 ਬੰਦਾ ਘਰੋਂ ਤੁਰਦਾ ਹੈ ਵੀ ਗੌਰਮੈਂਟ ਦੇ ਨਾਲ ਕੁਝ ਕੰਮ ਹੈ, ਤਾਂ 90 ਵਿਲ ਐਂਡ ਐਟ ਸੇਵਾ ਕੇਂਦਰ ਐਂਡ PLRS। ਉੱਥੋਂ ਦੀ ਪੈਂਡੈਂਸੀ ਨੂੰ ਜੇਕਰ ਤੁਸੀਂ ਰੂਟੀਨ ਦੇ ਵਿੱਚ ਲੋਐਸਟ ਰੱਖੋ, ਐਂਡ ਜਿਹੜਾ ਮੰਨ ਲਓ ਕਿਸੇ ਸਰਵਿਸ ਦੇ ਵਿੱਚ 15 ਦਿਨਾਂ ਦਾ ਸਮਾਂ ਹੈ, ਕਿਸੇ ਦੇ ਵਿੱਚ 30 ਦਿਨਾਂ ਦਾ ਸਮਾਂ ਉਹ ਮਿਲ ਜਾਵੇ, ਅਤੇ ਤੁਹਾਡੇ ਕੋਲ ਸ਼ਾਇਦ ਆਉਣ ਦੀ ਲੋੜ ਹੀ ਨਾ ਪਵੇ। ਸੋ ਇਸ ਕਰਕੇ ਪੈਂਡੈਂਸੀ ਨੂੰ ਲੈ ਕੇ ਆਈ ਹੈਵ ਬੀਨ ਵੈਰੀ ਸੀਰੀਅਸ ਇਨ ਐਵਰੀ ਡਿਸਟ੍ਰਿਕਟ, ਕਿਉਂਕਿ ਮੈਨੂੰ ਚਾਹੁੰਦਾ ਵੀ ਇਹ ਸਿਸਟਮ ਸ਼ੁੱਡ ਡਿਲੀਵਰ ਰੈਦਰ ਦੈਨ ਬੰਦਾ ਆ ਕੇ ਕਿਸੇ ਵੀ ਆਫਿਸ ਦੇ ਵਿੱਚ ਅਪਰੋਚ ਕਰੇ। ਉਸ ਤੋਂ ਇਲਾਵਾ ਜਿਹੜੇ ਹੈਗੇ ਰੂਟੀਨ ਦੇ ਕੰਮ ਤਾਂ ਚਲੋ ਚੱਲਦੇ ਹੀ ਰਹਿੰਦੇ ਆ, ਬਟ ਹਰੇਕ ਗੌਰਮੈਂਟ ਦੇ ਆਪਣੇ ਫਲੈਗਸ਼ਿਪਸ ਪ੍ਰੋਗਰਾਮ ਹੁੰਦੇ ਨੇ। ਹੁਣ ਜਿੱਦਾਂ ਇੱਥੇ ਮੁਹੱਲਾ ਕਲੀਨਿਕਸ, ਆਮ ਆਦਮੀ ਕਲੀਨਿਕਸ ਜਿਹੜੇ ਹੈਗੇ ਉਹ ਗੌਰਮੈਂਟ ਦਾ ਫਲੈਗਸ਼ਿਪ ਪ੍ਰੋਗਰਾਮ ਹੈ। ਵੱਖ-ਵੱਖ ਡਿਪਾਰਟਮੈਂਟਸ ਦੇ ਹੁਣ ਪਿੱਛੇ ਵੀ DCs ਦਾ ਰਿਵਿਊ ਵੀ ਹੋਇਆ। ਇੰਸੀਡੈਂਟਲੀ ਮੈਂ ਆਪਣੇ ਡਿਪਾਰਟਮੈਂਟ ਦੀ ਸਾਈਡ ਤੋਂ ਉੱਥੇ ਹਾਜ਼ਰ ਸੀਗਾ। ਸੋ ਕਾਫੀ ਸਾਰੇ ਜਿੱਦਾਂ ਹੁਣ ਮੈਂ ਫੂਡ ਡਿਪਾਰਟਮੈਂਟ ਦੀ ਗੱਲ ਕਰਾਂ ਤਾਂ ਇੱਕ ਤਾਂ ਡੀਨੋਵੋ ਸਰਵੇ ਚੱਲ ਰਿਹਾ। ਹੁਣ ਆਟਾ ਦਾਲ ਕਾਰਡ ਜਿਹੜੇ ਕਹਿ ਲਓ ਸਮਾਰਟ ਕਾਰਡ ਸੀਗੇ, ਉਹ ਸਾਰਿਆਂ ਦਾ ਹੁਣ ਦੁਬਾਰਾ ਤੋਂ ਰੀਵੈਰੀਫਿਕੇਸ਼ਨ ਹੋ ਰਹੀ ਸੀ।
क्योंकि ਜਿਹੜੀ ਪਿੱਛੇ ਵੈਰੀਫਿਕੇਸ਼ਨ ਹੋਈ ਉਸ ਦੇ ਵਿੱਚ ਕੁਝ ਸ਼ਿਕਾਇਤਾਂ ਆਈਆਂ ਵੀ ਇਹ ਠੀਕ ਨਹੀਂ ਹੈ, ਗਲਤ ਕਾਰਡ ਕੱਟੇ ਗਏ। ਹੁਣ ਸੀਐਮ ਸਾਹਿਬ ਨੇ ਅਨਾਉਂਸ ਕੀਤਾ ਹੈ ਕਿ ਮੇਬੀ ਤੁਹਾਡਾ ਅਕਤੂਬਰ ਐਂਡ ਦੇ ਵਿੱਚੋਂ ਡਿਨੋਵੋ ਸਰਵੇ ਚਾਲੂ ਹੋ ਜਾਣਾ ਹੈ। ਜਿੰਨੇ ਕਾਰਡ ਨੇ NFSA ਦੇ ਉਹ ਸਾਰੇ ਦੇ ਸਾਰੇ ਇੱਕ ਵਾਰ ਸਟੈਂਡ ਬਾਏ ਤੇ ਰਹਿਣਗੇ, ਜਿਹੜੇ ਹੈਗੇ ਉਹ ਤਾਂ ਸਿਸਟਮ ਦੇ ਵਿੱਚ, ਬਟ ਫਰੈਸ਼ ਸਰਵੇ ਚਾਲੂ ਹੋਣਾ ਐਂਡ ਸਾਰੇ ਜਿਹੜਾ ਹੈਗਾ ਇਹਦਾ ਪ੍ਰੋਸੈਸ ਨੂੰ ਨਵੇਂ ਸਿਰੇ ਤੋਂ ਕੰਪਲੀਟ ਕੀਤਾ ਜਾਊਗਾ। ਇਸ ਟਾਈਮ ਅਸੀਂ ਇਨ ਦ ਮਿਡਲ ਆਫ ਪ੍ਰੋਕਿਉਰਮੈਂਟ ਸੀਜ਼ਨ ਹੈ, ਸੋ ਜਿਹੜਾ ਝੋਨੇ ਦੀ ਲਿਫਟਿੰਗ ਕਰਾਉਣਾ ਬੜੀ ਇੰਪੋਰਟੈਂਟ ਹੈ ਅਕਰੋਸ ਪੰਜਾਬ। ਪ੍ਰੋਕਿਉਰਮੈਂਟ ਇਜ਼ ਐਨ ਇੰਪੋਰਟੈਂਟ ਇਸ਼ੂ। ਸੋ ਇਹ ਚਾਰੇ ਚੱਲ ਰਿਹਾ। ਬਾਕੀ ਫਲੱਡਸ ਨੂੰ ਲੈ ਕੇ ਕੰਪਨਸੇਸ਼ਨ ਚੱਲ ਰਿਹਾ ਹੈ। ਤੁਹਾਡੇ NHAI ਦੇ ਪ੍ਰੋਜੈਕਟਸ ਨੇ, ਪਰਸੋਂ ਗਡਕਰੀ ਸਾਹਿਬ ਵੀ ਆ ਰਹੇ ਨੇ ਟੂ ਰਿਵਿਊ ਦੀ ਦਿੱਲੀ ਕਟਰਾ, ਇੱਥੇ ਉਹਨਾਂ ਦੀ ਵੀ ਵਿਜ਼ਿਟ ਹੈ। ਸ਼ਾਇਦ ਉਸ ਵਿਜ਼ਿਟ ਦੇ ਵਿੱਚ CM ਸਾਹਿਬ ਵੀ ਹੋਣ, ਜਿਹੜੀ ਇੰਟੀਮੇਸ਼ਨ ਪ੍ਰਾਇਰ ਆਈ ਹੈ। ਸੋ ਐਂਡ ਬਾਕੀ ਜਿਹੜਾ ਹੈਗਾ ਕੁਝ ਜਿਹੜੇ ਇਸ਼ੂਜ਼ ਹੁੰਦੇ ਨੇ ਉਹ ਡਿਸਟ੍ਰਿਕਟ ਸਪੈਸੀਫਿਕ ਹੁੰਦੇ ਨੇ। ਸੋ ਹੁਣ ਤੱਕ ਜਿਹੜੀ ਮੈਨੂੰ ਇਨਫੋਰਮੇਸ਼ਨ ਦਿੱਤੀ ਗਈ ਹੈ ਵੀ ਅੰਮ੍ਰਿਤਸਰ ਦੇ ਵਿੱਚ ਯੂਨਿਟੀ ਮਾਲ ਦਾ ਇਸ਼ੂ ਹੈ। ਇੱਕ ਇਸ਼ੂ ਚੱਲ ਰਿਹਾ ਹੈ ਇੱਥੇ ਕਿ ਅੰਮ੍ਰਿਤਸਰ ਨੂੰ ਲੌਂਗ ਟਰਮ ਦੇ ਵਿੱਚ ਡਿਵੈਲਪਿੰਗ ਅੰਮ੍ਰਿਤਸਰ ਐਜ਼ ਅ ਵੈਡਿੰਗ ਡੈਸਟੀਨੇਸ਼ਨ ਇਜ਼ ਆਲਸੋ ਗਵਰਨਮੈਂਟ ਦੇ ਤਰਜੀਹ 'ਚ ਹੈ ਕਿ ਅੰਮ੍ਰਿਤਸਰ ਨੂੰ ਕਿੱਦਾਂ ਇੱਕ ਵੈਡਿੰਗ ਡੈਸਟੀਨੇਸ਼ਨ ਵੀ ਬਣਾਇਆ ਜਾਵੇ ਤਾਂ ਕਿ ਇੱਥੇ ਟੂਰਿਜ਼ਮ ਹੋਰ ਵਧੇ ਅਤੇ ਸ਼ਹਿਰ ਨੂੰ ਇਨਕਮ ਆਵੇ। ਇਹ ਵੀ ਹੈ। ਇੱਥੇ ਜਿਹੜਾ ਰਾਮ ਤੀਰਥ ਮਿਸ਼ਨ ਹੈ ਉੱਥੇ ਵੀ ਜਿਹੜਾ ਹੈ ਡਿਵੈਲਪਮੈਂਟ ਦੀ ਹੈ, ਕੁਝ ਡਿਵੈਲਪਮੈਂਟ ਪ੍ਰੋਜੈਕਟਸ ਚੱਲ ਰਹੇ ਨੇ। ਵਾਲਮੀਕੀ ਉਤਸਵ ਜਿਹੜਾ ਪ੍ਰਗਟ ਦਿਵਸ ਨੂੰ ਲੈ ਕੇ ਫੰਕਸ਼ਨ ਹੁੰਦਾ ਹੈ, ਸ਼ੋਭਾ ਯਾਤਰਾ ਨਿਕਲਦੀ, ਤਾਂ ਕੁਝ ਸ਼ਹਿਰ ਨੂੰ ਲੈ ਕੇ ਜਿਹੜੇ ਸ਼ਹਿਰ ਸਪੈਸੀਫਿਕ ਡਿਸਟ੍ਰਿਕਟ ਸਪੈਸੀਫਿਕ ਪ੍ਰੋਜੈਕਟਸ ਹੁੰਦੇ ਨੇ ਉਹਨਾਂ ਨੂੰ ਵੀ ਤਰਜੀਹ ਦੇਣਾ, ਗਵਰਨਮੈਂਟ ਦੇ ਡਿਵੈਲਪਮੈਂਟਲ ਪ੍ਰੋਜੈਕਟਸ ਨੂੰ ਰਿਵਿਊ ਕਰਨਾ, ਇਹ ਸਾਰਿਆਂ ਨੂੰ ਅਸੀਂ ਪ੍ਰਾਇਰਟੀ 'ਤੇ ਲਾਂਗੇ। ਐਂਡ ਦਿਸ ਇਜ਼ ਦ ਫਸਟ ਟਾਈਮ ਮੇਰੀ ਪੋਸਟਿੰਗ ਹੋਈ ਹੈ ਬਾਰਡਰ ਡਿਸਟ੍ਰਿਕਟਸ ਦੇ ਵਿੱਚ। ਸੋ ਬਾਰਡਰ ਡਿਸਟ੍ਰਿਕਟ ਦੇ ਵਿੱਚ ਹੋਰ ਬਾਰਡਰ ਵਿਲੇजेस ਦੀ ਡਿਵੈਲਪਮੈਂਟ, ਬਾਰਡਰ ਇਸ਼ੂਜ਼ ਨੂੰ ਲੈ ਕੇ ਵੀ ਜਿਹੜਾ ਹੈਗਾ ਉਹ ਫੋਕਸ ਕੀਤਾ ਜਾਊਗਾ। ਸੋ ਥੀਸ ਆਰ ਜਿਹੜਾ ਮੇਰਾ ਇੱਕ ਵਾਰ ਟੌਪ ਆਫ ਦੀ ਮਾਈਂਡ ਜਿਹੜੀ ਰਿਕਾਲ ਮੈਂ ਕਰ ਸਕਦਾ ਇਹ ਹੈਗੇ ਇਸ਼ੂਜ਼। ਬਾਕੀ ਜਿੱਦਾਂ ਐਜ਼ ਆਈ ਸੈਟਲ ਇਨਟੂ ਦੀ ਜੌਬ ਹੋਰ ਇਸ਼ੂਜ਼ ਆਉਂਦੇ ਨੇ, ਸੋ ਵੀ ਵਿਲ ਟੇਕ ਦੈਮ ਔਨ ਪ੍ਰਾਇਰਟੀ। ਸੋ ਬਿਕੋਜ਼ ਅੱਜ ਮੈਂ ਜਸਟ ਜੁਆਇਨ ਕੀਤਾ ਹੈ, ਮੈਂ ਵੀ ਰਿਵਿਊ ਕਰ ਰਿਹਾ, ਮੈਂ ਵੀ ਵੱਖ-ਵੱਖ ਆਫਿਸਰਸ ਨੂੰ ਬੁਲਾ ਕੇ ਕੀ ਡਿਵੈਲਪਮੈਂਟਲ ਪ੍ਰੋਜੈਕਟਸ ਚੱਲ ਰਹੇ ਨੇ ਉਹਨਾਂ ਦਾ ਰਿਵਿਊ ਕਰ ਰਿਹਾ। ਜਿੱਦਾਂ ਮੈਨੂੰ ਹੋਰ ਆਈਡੀਆ ਰਹੇਗਾ ਸੋ ਆਈ ਵਿਲ ਡੈਫੀਨੇਟਲੀ ਬੀ ਮੋਰ ਫੋਕਸਡ ਔਨ ਡੈਟ। ਤੁਹਾਡੇ ਤੋਂ ਵੀ ਇਨਪੁਟਸ ਮੀਡੀਆ ਤੋਂ ਮਿਲਦੇ ਰਹਿਣਗੇ ਮੈਨੂੰ। ਐਂਡ ਇੰਸੀਡੈਂਟਲੀ ਆਈ ਹੈਡ ਦੀ ਪ੍ਰਿਵਿਲੇਜ ਟੂ ਸਰਵ ਇਨ ਜਲੰਧਰ ਵਿਚ ਇਜ਼ ਕਾਲਡ ਦ ਮੀਡੀਆ ਕੈਪੀਟਲ ਆਫ ਪੰਜਾਬ। ਸੋ ਬੜਾ ਬਿਊਰੋ ਚੀਫਸ ਨਾਲ ਐਂਡ ਇਨਫੈਕਟ ਦੀ ਓਨਰਸ ਆਫ ਦ ਵੇਰੀਅਸ ਐਸਟੈਬਲਿਸ਼ਮੈਂਟ ਮੇਰਾ ਬੜਾ ਉੱਥੇ ਇੰਟਰੈਕਸ਼ਨ ਰਿਹਾ। ਸੋ ਤੁਹਾਡੀ ਵੀ ਕੋਈ ਇਸ਼ੂਜ਼ ਕੋਈ ਟੇਕਅਪ ਕਰਨੇ ਹੋਏ ਤਾਂ ਆਈ ਵੁੱਡ like to take up on a personal front also. So बहुत ਧੰਨਵਾਦ ਤੁਹਾਡਾ and I look forward to all the support of you people to make my stint personally successful and successful for the city also. Sir, main कुछ issues ने दरबार साहब के आसपास में पार्किंग एक बहुत बड़ा इशू है, सड़ਕਾਂ तंग ने और इंक्रोचमेंट बहुत ज़्यादा है। तो ਤੁਸੀਂ ਅੰਮ੍ਰਿਤਸਰ ਦਾ ਨਾਮ ਲੈਤਾ ਜੀ ਇਹਦੇ ਵਿੱਚ ਉਸੇ ਕੀ ਕਰੋਗੇ ਜੀ। ਸੋ ਕੱਲ੍ਹ ਵੀ ਮੈਂ ਜਦੋਂ ਗਿਆ ਸੋ ਜਿਹੜੇ ਇਨਫੋਰਮੇਸ਼ਨ ਆਫਿਸ ਉੱਥੇ ਹੈਗਾ SGPC ਦਾ, ਸੋ ਦੇ ਅਸਿਸਟਡ ਅਸ, ਉਹਨਾਂ ਨੇ ਸਾਡੀ ਵਿਜ਼ਿਟ ਵੀ ਕਰਾਈ। ਕੁਝ ਇਸ਼ੂਜ਼ ਉਹਨਾਂ ਨੇ ਸਾਫ਼ ਸਫਾਈ ਨੂੰ ਲੈ ਕੇ ਮੈਨੂੰ ਦੱਸੇ ਗਏ। ਸੋ ਉਹ ਮੈਂ ਮਿਊਨਿਸਪਲ ਕਮਿਸ਼ਨਰ ਨੂੰ ਕਨਵੇ ਕੀਤੇ ਕਿਉਂਕਿ ਉਹ ਕਹਿੰਦੇ ਬੈਕ ਸਾਈਡ ਸਫਾਈ ਨੂੰ ਲੈ ਕੇ ਕੁਝ ਇਸ਼ੂ ਉਹਨਾਂ ਨੇ ਪੁਆਇੰਟ ਆਊਟ ਕੀਤਾ। ਇੱਕ ਔਰ ਉਹਨਾਂ ਨੇ ਇਸ਼ੂ ਮੇਰੇ ਧਿਆਨ ਦੇ ਵਿੱਚ ਲਿਆਇਆ, ਕਹਿੰਦੇ ਅੱਜ ਕੱਲ੍ਹ ਉੱਥੇ ਬੈਗਰੀ ਐਂਡ ਸਮ ਸੌਰਟ ਆਫ ਸਕੈਂਡਲ ਵੀ ਉਹ ਆ ਰਿਹਾ ਹੈ। ਉਹ ਵੀ ਅੱਜ ਮੈਂ ਉਹਨਾਂ ਨੂੰ ਕਿਹਾ ਵੀ ਮੈਂ CP ਸਾਹਿਬ ਦੇ ਧਿਆਨ ਦੇ ਵਿੱਚ ਲਾਵਾਂਗਾ। ਪਾਰਕਿੰਗ ਨੂੰ ਵੀ ਲੈ ਕੇ ਇਹ ਜਿਹੜਾ ਇਸ਼ੂ ਹੈ ਮੇਨਲੀ ਮਿਊਨਿਸਪਲ ਕਮਿਸ਼ਨਰ ਵੱਲੋਂ ਡੀਲ ਹੋਣਾ। ਸੋ ਵੀ ਵਿਲ ਟੇਕ ਅਪ ਜਿਹੜੇ ਵੀ ਇਸ਼ੂਜ਼ ਦਰਬਾਰ ਸਾਹਿਬ ਐਂਡ ਆਲੇ ਦੁਆਲੇ ਦੇ ਏਰੀਆ ਨੂੰ ਲੈ ਕੇ ਹੈਗੇ। ਸੋ ਇਹਨਾਂ ਨੂੰ ਸੋ ਅਗੇਨ ਇਹ ਇਸ਼ੂ ਮੈਂ ਸਮਝਦਾ ਕਿ ਇਜ਼ ਰਿਲੇਟਡ ਟੂ ਕਾਰਪੋਰੇਸ਼ਨ। ਇਹ ਕਾਰਪੋਰੇਸ਼ਨ ਸਮਾਰਟ ਸਿਟੀ ਨੂੰ ਲੈ ਕੇ ਅਸੀਂ ਜ਼ਰੂਰ ਕਰਾਵਾਂਗੇ। 30 ਤਰੀਕ ਨੂੰ ਜਿਹੜਾ ਗੁਰੂ ਰਾਮਦਾਸ ਜੀ ਦੇ ਇੱਥੇ ਬੜਾ ਨਗਰ ਕੀਰਤਨ ਵੀ ਨਿਕਲਣਾ, ਉਹ ਵੀ ਉਹਨਾਂ ਨੇ ਅਪਰਾਈਜ਼ ਕੀਤਾ, ਉਹਨਾਂ ਨੇ ਮੈਨੂੰ ਸੱਦਾ ਵੀ ਦਿੱਤਾ। ਸੋ ਇਹ ਇਸ਼ੂ ਵੀ ਅਸੀਂ ਡੈਫੀਨੇਟਲੀ ਕਾਰਪੋਰੇਸ਼ਨ ਦੇ ਨਾਲ NHAI ਹਾਈ ਕੋਰਟ 'ਚ ਚਲੀ ਗਈ ਹੈ। ਕੁਝ ਫਾਰਮਰਸ ਪੈਸੇ ਲੈ ਗਏ ਨੇ, ਉਹਨਾਂ ਨੇ ਜ਼ਮੀਨ ਨਹੀਂ ਦਿੱਤੀ, ਉਹਦੇ ਵਿੱਚ ਲੈ ਕੇ ਹਾਈ ਕੋਰਟ ਵੀ ਚਲੇ ਗਏ ਜੀ। ਸੋ ਆਫ ਹੈਂਡ ਤਾਂ ਮੈਂ ਜ਼ਿਆਦਾ ਕਮੈਂਟ ਤਾਂ ਨਹੀਂ ਕਰਾ ਪਾਊਂਗਾ, ਬਟ ਗੋਇੰਗ ਬਾਏ ਮਾਈ ਐਕਸਪੀਰੀਅੰਸ ਫਰੋਮ ਜਲੰਧਰ ਆਈ ਨੋ, ਕਿਉਂਕਿ ਇਹਦੇ ਵਿੱਚ ਕੰਪਨਸੇਸ਼ਨ ਦੇ ਵਿੱਚ ਕੁਝ ਇਸ਼ੂਜ਼ ਆਉਂਦੇ ਨੇ। ਕਈ ਵਾਰ ਕਾਲਾ ਦੇ ਅਵਾਰਡ ਤੋਂ ਸੈਟਿਸਫਾਈਡ ਨਹੀਂ ਹੁੰਦੇ, ਫਿਰ ਤੁਹਾਡੇ ਆਰਬਿਟ੍ਰੇਸ਼ਨ 'ਚ ਜਾਂਦੇ ਨੇ, ਆਰਬਿਟਰੇਟਰ ਦੇ ਅਵਾਰਡ 'ਚੋਂ ਵੀ ਮੋਸਟ ਲਾਈਕਲੀ ਸੈਟਿਸਫਾਈ ਹੋ ਗਏ ਨੇ। ਕਈ ਵਾਰ ਇੱਦਾਂ ਦੇ ਵੀ ਇਸ਼ੂਜ਼ ਆਏ ਹੈ ਕਿ ਆਰਬਿਟਰੇਟਰ ਦੇ ਅਵਾਰਡ ਤੋਂ ਇੱਕ ਪਾਰਟੀ ਸੈਟਿਸਫਾਈ ਹੋ ਗਈ, ਲੇਕਿਨ 5 ਪਾਰਟੀ ਜਿਹੜੀ ਪਹਿਲਾਂ ਸੈਟਿਸਫਾਈ ਹੋ ਗਈ ਉਹ ਨਾਰਾਜ਼ ਹੋ ਗਏ।
So there are multiple issues related to NHAI compensation. We will have a comprehensive look at it. In any case, the Union Minister is for Road Transport and Highways is coming. So ਸਾਨੂੰ ਇਹਦੇ ਵਿੱਚ ਅਗਲੇ 2 ਦਿਨ ਤੱਕ ਕਾਫੀ ਡਿਟੇਲ ਦੇ ਵਿੱਚ we will see ਕਿ NHAI ਦੇ ਕੀ issues ਨੇ. But I am told ਕਿ ਜਿਹੜਾ ਆਫ ਹੈਂਡ ਬਿਕੋਜ਼ ਸਾਨੂੰ ਸਟੇਟ ਲੈਵਲ ਦੀ ਵੀ ਇਨਫੋਰਮੇਸ਼ਨ ਰੱਖਦੀ ਕਿ ਗੁਰਦਾਸਪੁਰ ਐਂਡ ਤਰਨਤਾਰਨ ਦੇ ਵਿੱਚ ਹੋਰ ਵੀ ਜ਼ਿਆਦਾ ਇਸ਼ੂਜ਼ ਨੇ NHAI ਨੂੰ ਲੈ ਕੇ ਰਿਲੇਟਿਵਲੀ ਅੰਮ੍ਰਿਤਸਰ ਦੇ ਵਿੱਚ ਪੋਜੀਸ਼ਨ ਲੈਵਲਸ ਆਰ ਬੈਟਰ ਸੋ ਮੈਂ ਦੇਖ ਲਾਂਗਾ ਬਿਕੋਜ਼ ਮੈਂ ਉਹਨਾਂ ਨੂੰ ਪੂਰੇ ਪੰਜਾਬ ਦੇ ਵਿੱਚ ਇਹ ਕਹਿੰਦੇ ਲਗਭਗ 350 ਕਿਲੋਮੀਟਰ ਦਾ ਜਿਹੜਾ ਸਟ੍ਰੈਚ ਹੈ ਆਫ ਹੈਂਡ ਫॉर ਦੀ ਦਿੱਲੀ ਕਟਰਾ ਉਹਨੂੰ ਵੀ ਰਿਵਿਊ ਕਰਾਂਗੇ ਲਗਭਗ 90 ਤੋਂ 100 ਕਿਲੋਮੀਟਰ ਦਾ ਸਟ੍ਰੈਚ ਜਿਹੜਾ ਨਕੋਦਰ ਦੇ ਆਸ-ਪਾਸ ਤੋਂ ਤੁਹਾਡੀ ਅੰਮ੍ਰਿਤਸਰ ਕਨੈਕਟੀਵਿਟੀ ਸਪੈਸ਼ਲ ਨਿਕਲਦੀ ਉਸ ਚੀਜ਼ ਨੂੰ ਵੀ ਰਿਵਿਊ ਕਰਾਂਗੇ ਐਂਡ ਵੀ ਵਿਲ ਟਰਾਈ ਟੂ ਬੈਸਟ ਇੱਕ ਮੈਨੂੰ ਦੱਸਿਆ ਗਿਆ ਕਿਉਂਕਿ ਇੱਥੇ SDM 2 ਦੀ ਪੋਸਟ ਕੁਝ 6 ਮਹੀਨੇ ਤੋਂ ਖਾਲੀ ਸੀਗੀ ਜਿਹੜੇ ਹੁਣ ਨਿਕਾਸ ਜੀ ਦੀ ਪੋਸਟਿੰਗ ਹੋ ਗਈ ਹੈ ਉਹਦੇ ਕਰਕੇ ਵੀ ਕੰਪਨਸੇਸ਼ਨ ਐਨਹਾਂਸ ਹੋ ਕੇ ਪੋਜੀਸ਼ਨ ਨੂੰ ਵਧਾਇਆ ਜਾਏਗਾ ਪਟਵਾਰੀਆਂ ਦੀ ਜਿਹੜੀ ਹੜਤਾਲ ਹੋ ਰਹੀ ਹੈ ਅੱਜ ਤੱਕ ਆਮ ਪਬਲਿਕ ਨੂੰ ਦਿੱਕਤ ਆ ਰਹੀ ਹੈ ਲਈ ਕੀ ਰਣਨੀਤੀ ਹੈ ਸਰਕਾਰ ਦੀ ਦੇਖੋ ਜੀ ਪਟਵਾਰੀਆਂ ਦੀ ਹੜਤਾਲ ਦਾ ਸੋ ਮੈਂ ਤਾਂ ਤੁਹਾਨੂੰ ਸਟੇਟ ਲੈਵਲ ਦਾ ਡੇਟਾ ਵੀ ਦੱਸ ਸਕਦਾ ਕਿ ਜਦੋਂ ਮੈਂ ਜਲੰਧਰ ਸੀਗਾ ਤੇ 401 ਪਟਵਾਰ ਸਰਕਲ ਪਿੱਛੇ ਉੱਥੇ 78 ਪਟਵਾਰੀ ਸੀਗੇ ਕਿਤੇ ਨਾ ਦੁਆਬਾ ਡਿਸਟ੍ਰਿਕਟਸ ਹੈਡ ਈਵਨ ਦੀ ਲੈਸਰ ਨੰਬਰ ਆਫ ਪਟਵਾਰੀਜ਼ ਇਨ ਦ ਸੈਂਕਸ਼ਨਡ ਪੋਸਟ ਦੇ ਅਗੇਂਸਟ ਸੋ ਅੰਮ੍ਰਿਤਸਰ ਆਈ ਐਮ ਯੈਟ ਟੂ ਸੀ ਦੋਜ਼ ਨੰਬਰਸ ਬਟ ਆਈ ਬਿਲੀਵ ਉੱਥੇ ਇੱਥੋਂ ਦੇ ਪਟਵਾਰੀਜ਼ ਦੇ ਨੰਬਰ ਐਟਲੀਸਟ ਜਲੰਧਰ ਤੋਂ ਬੈਟਰ ਹੋਣਗੇ ਕਿਉਂਕਿ ਮੈਨੂੰ ਪਤਾ ਜਲੰਧਰ ਸਭ ਤੋਂ ਘੱਟ ਪਟਵਾਰੀ ਸੀਗੇ ਉਹਦੇ ਵਿੱਚ ਅਸੀਂ ਦੇਖਾਂਗੇ ਕਿ ਜਿੱਥੇ ਤੁਹਾਡੇ ਇੰਤਕਾਲ ਜਾਂ ਹੋਰ ਸਰਵਿਸਿਜ਼ ਸਭ ਤੋਂ ਜ਼ਿਆਦਾ ਕਿਉਂਕਿ ਇੱਕ ਇਹਨਾਂ ਦੀ ਡਿਮਾਂਡ ਹੈ ਅਸੀਂ ਵਾਧੂ ਸਰਕਲ ਦੇ ਵਿੱਚ ਕੰਮ ਨਹੀਂ ਕਰਨਾ ਸੋ ਪਹਿਲਾਂ ਤਾਂ ਅਸੀਂ ਇਹ ਦੇਖੀਏ ਵੀ ਜਿਹੜੀ ਸਾਡੀ ਐਗਜ਼ਿਸਟਿੰਗ ਰਿਸੋਰਸ ਹੈ ਇੱਕ ਨਾ ਪ੍ਰਿੰਸੀਪਲ ਹੁੰਦਾ ਦੇਰ ਇਜ਼ ਸਮਥਿੰਗ ਕਾਲਡ ਪਰੀਟੋ ਪ੍ਰਿੰਸੀਪਲ ਕਿ 20% ਬੰਦੇ 80% ਕੰਮ ਕਰਦੇ ਨੇ ਸੋ ਜੇਕਰ ਸਾਡੇ ਕੋਲ 20% ਸਟਾਫ ਹੈਗਾ ਜਾਂ 30% ਹੈ ਵਟਐਵਰ ਇਜ਼ ਦੈਟ ਨੰਬਰ ਪੁੱਟ them ਵੇਅਰ ਜਿੱਥੇ ਸਭ ਤੋਂ ਜ਼ਿਆਦਾ ਫੁੱਟਫਾਲ ਹੈ ਪਹਿਲਾਂ ਤਾਂ ਉਹ ਕੰਮ ਕਰਾ ਕੇ ਤਾਂ ਕਿ ਐਟਲੀਸਟ ਤੁਸੀਂ 80-90% ਤੱਕ ਕਰਾਓ ਬਾਕੀ ਜਿਹੜਾ ਮੇਰੇ ਕੋਲ ਆਫ ਹੈਂਡ ਬਰੀਫ ਇਹ ਹੈਗੀ ਕਿ ਪਟਵਾਰੀ ਜਿਹੜੇ ਨਵੇਂ ਭਰਤੀ ਹੋਏ ਨੇ ਉਹਨਾਂ ਦਾ ਵੀ ਹੁਣ ਫਾਈਨਲ ਐਗਜ਼ਾਮ ਸਟੇਜ ਤੇ ਚੱਲ ਰਿਹਾ ਕੰਮ ਉਹ ਵੀ ਸਾਡੇ ਕੋਲ ਡਿਪਲਾਈ ਹੋ ਜਾਣਗੇ ਇੱਕ ਕੋਈ ਪ੍ਰਪੋਜ਼ਲ ਗਈ ਹੋਈ ਹੈ ਆਊਟਸੋਰਸਿੰਗ ਦੇ ਬੇਸ ਤੇ ਵੀ ਰੱਖਣ ਦੀ ਉਹ ਵੀ ਸ਼ਾਇਦ FCR ਸਾਹਿਬ ਦੇ ਥਰੂ ਫਾਈਨਲ ਡਿਸੀਜਨ ਤੇ ਹੈ ਕਿਉਂਕਿ ਵਿੱਚੇ ਮੈਨੂੰ ਕੁਝ ਇਹ ਕਨਵੇ ਕੀਤਾ ਗਿਆ ਸੀਗਾ ਕਿ ਆਊਟਸੋਰਸਿੰਗ ਬਿਯੋਂਡ ਯੋਰ ਰਿਟਾਇਰਮੈਂਟ ਦੇ ਉੱਤੇ ਕੁਝ ਰੋਕ ਲੱਗੀ ਹੋਈ ਹੈ ਸੋ ਉਹ ਵੀ ਦੱਸਿਆ ਗਿਆ ਸ਼ਾਇਦ ਉਹ ਵੀ ਰਿਜ਼ੋਲਵ